ਅੰਮ੍ਰਿਤਪਾਲ ਦੇ ਪੰਜਾਬ 'ਚ ਹੋਣ ਦੇ ਇਨਪੁਟਸ ਦੇ ਵਿਚਾਲੇ ਹੁਸ਼ਿਆਰਪੁਰ 'ਚ ਅੱਧੀ ਰਾਤ ਤੱਕ ਚੱਲਿਆ ਸਰਚ ਆਪਰੇਸ਼ਨ। ਪਿੰਡ ਮਰਨਾਈਆਂ ਦੇ ਵਿੱਚ ਇਨੋਵਾ ਗੱਡੀ ਛੱਡ ਕੇ ਫਰਾਰ ਹੋਏ 4 ਨੌਜਵਾਨ। ਥੋੜੀ ਦੇਰ 'ਚ ਮੁੜ ਤਲਾਸ਼ੀ ਅਭਿਆਨ ਚਲਾਏਗੀ ਪੁਲਿਸ। ਫਰਾਰ ਚੱਲ ਰਹੇ ਅੰਮ੍ਰਿਤਪਾਲ ਦੇ ਮੁੱਦੇ ਤੇ ਅੱਜ ਹਾਈ ਕੋਰਟ 'ਚ ਫਿਰ ਸੁਣਵਾਈ। ਅੰਮ੍ਰਿਤਪਾਲ ਦੇ ਵਕੀਲ ਤੇ ਪੁਲਿਸ ਵੱਲੋਂ ਦਾਖਲ ਕੀਤਾ ਜਾਏਗਾ ਹਲਫਨਾਮਾ। ਕੱਲ ਸਰਕਾਰ ਨੇ ਕੀਤਾ ਸੀ ਦਾਅਵਾ, ਅੰਮ੍ਰਿਤਪਾਲ ਦੇ ਕਰੀਬ ਹੈ ਪੁਲਿਸ। ਹਰਿਆਣੇ ਤੋਂ ਬਾਅਦ ਦਿੱਲੀ 'ਚ ਲੁਕਿਆ ਸੀ ਅੰਮ੍ਰਿਤਪਾਲ। ਪਪਰਪ੍ਰੀਤ ਦੇ ਨਾਲ ਨਵੇਂ ਲੁੱਕ 'ਚ ਆਇਆ ਨਜ਼ਰ। ਦਿੱਲੀ ਦੇ ਲక్ష్ਮੀ ਨਗਰ ਦੀ ਸੀਸੀਟੀਵੀ ਫੁਟੇਜ। ਪਹਿਲੀ ਵਾਰ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਤੋੜੀ ਚੁੱਪੀ। ਕਿਹਾ ਅੰਮ੍ਰਿਤਪਾਲ ਨਾਲ ਨਹੀਂ ਹੋਇਆ ਕੋਈ ਸੰਪਰਕ। ਉਸ ਦੇ ਲਈ ਪੰਥ ਸਭ ਤੋਂ ਪਹਿਲਾਂ, ਬਾਅਦ 'ਚ ਮੈਂ। ਅਲਟੀਮੇਟਮ ਨੂੰ ਲੈ ਕੇ ਸੀਐਮ ਅਤੇ ਜਥੇਦਾਰ ਆਮੋ ਸਾਹਮਣੇ। ਸੀਐਮ ਦਾ ਜਵਾਬ ਚੰਗਾ ਹੁੰਦਾ ਜਥੇਦਾਰ ਬੇਅਦਬੀ ਤੇ ਗਾਇਬ ਸਰੂਪਾਂ ਬਾਰੇ ਅਲਟੀਮੇਟਮ ਦਿੰਦੇ ਤਾਂ ਜਥੇਦਾਰ ਦਾ ਪਲਟਵਾਰ। ਰਾਜਨੀਤੀ ਸੰਵਾਦ ਫਿਰ ਕਰਾਂਗੇ, ਪਹਿਲਾਂ ਮਾਵਾਂ ਨੂੰ ਜੇਲ੍ਹੀਂ ਡੱਕੇ ਨਿਰਦੋਸ਼ ਪੁੱਤਰਾਂ ਨਾਲ ਮਿਲਾਈਏ। ਹਾਈ ਕੋਰਟ ਨੇ 4 ਚੋਂ 3 ਡਰੱਗ ਰਿਪੋਰਟਾਂ ਕੀਤੀਆਂ ਓਪਨ। ਇੱਕ ਰਿਪੋਰਟ ਤੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਤੇ ਦਿਨਕਰ ਗੁਪਤਾ ਨੂੰ ਭੇਜਿਆ ਨੋਟਿਸ। ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਨੇ ਪਾਰਟੀ ਬਣਨ ਲਈ ਪਾਈ ਸੀ ਪਟੀਸ਼ਨ। ਐਸਜੀਪੀਸੀ ਦੇ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਅਹਿਮ ਮਤੇ ਪਾਸ। ਸਿੱਖ ਪਰਿਵਾਰਾਂ ਨੂੰ ਬੱਚਿਆਂ ਦੇ ਨਾਂ ਪਿੱਛੇ ਸਿੰਘ ਅਤੇ ਕੌਰ ਲਾਉਣ ਦੀ ਅਪੀਲ। ਕਿਹਾ ਸੋਸ਼ਲ ਮੀਡੀਆ ਅਕਾਊਂਟਸ ਦੇ ਵਿੱਚ ਵੀ ਸਿੰਘ ਅਤੇ ਕੌਰ ਸ਼ਬਦ ਜੋੜੇ ਜਾਣ। ਬਾਰਡਰ ਤੇ ਫਿਰ ਦਿਖੀ ਡਰੋਨ ਦੀ ਹਲਚਲ। ਫਾਜ਼ਿਲਕਾ ਦੇ ਪਿੰਡ ਕਾਮਾਵਾਲੀ ਚੋਂ ਨੁਕਸਾਨੀ ਹਾਲਤ 'ਚ ਮਿਲਿਆ ਡਰੋਨ। ਪੁਲਿਸ ਤੇ ਬੀਐਸਐਫ ਨੇ ਚਲਾਇਆ ਸਰਚ ਆਪਰੇਸ਼ਨ। ਕਿਸਾਨਾਂ ਤੇ ਫਿਰ ਵਰੇਗਾ ਮੁਸੀਬਤਾਂ ਵਾਲਾ ਮੀਂਹ। ਪੰਜਾਬ ਦੇ ਵਿੱਚ ਕੱਲ ਤੇ ਪਰਸੋਂ ਭਾਰੀ ਮੀਂਹ ਤੇ ਗੜੇ ਪੈਣ ਦਾ ਅਨੁਮਾਨ। ਕਈ ਇਲਾਕਿਆਂ 'ਚ ਪਹਿਲਾਂ ਹੀ ਫਸਲਾਂ ਦਾ ਹੋ ਚੁੱਕਿਆ ਵੱਡਾ ਨੁਕਸਾਨ। ਰਮਜ਼ਾਨ ਦੇ ਚੱਲਦੇ ਪਾਕਿਸਤਾਨ 'ਚ ਮਹਿੰਗਾਈ ਨੇ ਤੋੜੇ ਸਾਰੇ ਰਿਕਾਰਡ। 500 ਰੁਪਏ ਦਰਜਨ ਮਿਲ ਰਹੇ ਕੇਲੇ ਤਾਂ 1600 ਰੁਪਏ ਕਿਲੋ ਅੰਗੂਰ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਰੇਟ 'ਚ ਵੀ 100 ਤੋਂ 200% ਤੱਕ ਦਾ ਵਾਧਾ। सत श्री अकाल, मैं अर्शदीप संधू। न्यूज़ 18 पंजाब देख रहे दर्शकों का स्वागत है। शुरुआत वड्डी खबर दे नाल। ਹੁਸ਼ਿਆਰਪੁਰ ਦੇ ਵਿੱਚ ਪੰਜਾਬ ਪੁਲਿਸ ਦਾ ਵੱਡਾ ਸਰਚ ਆਪਰੇਸ਼ਨ ਚੱਲਿਆ ਹੈ। ਦੇਰ ਰਾਤ ਮਰਨਾਈਆਂ ਪਿੰਡ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ। ਇੱਕ ਇਨੋਵਾ ਕਾਰ ਦਾ ਪਿੱਛਾ ਕਰਦੀ ਪੁਲਿਸ ਮਰਨਾਈਆਂ ਪਿੰਡ ਦੇ ਵਿੱਚ ਪਹੁੰਚੀ। ਫਗਵਾੜਾ ਤੋਂ ਹੁਸ਼ਿਆਰਪੁਰ ਤੱਕ ਪੁਲਿਸ ਨੇ ਇਨੋਵਾ ਦਾ ਪਿੱਛਾ ਕੀਤਾ ਤੇ ਪਿੱਛਾ ਕਰਨ ਤੇ 4 ਨੌਜਵਾਨ ਇਨੋਵਾ ਛੱਡ ਕੇ ਫਰਾਰ ਹੋ ਗਏ। ਮਰਨਾਈਆਂ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਕਾਰ ਛੱਡ ਕੇ ਫਰਾਰ ਹੋ ਗਏ। ਕਾਰ ਸਵਾਰ ਸ਼ੱਕੀਆਂ ਦੀ ਤਲਾਸ਼ੀ ਦੇ ਲਈ ਪੂਰਾ ਪਿੰਡ ਪੁਲਿਸ ਦੇ ਵੱਲੋਂ ਖੰਗਾਲਿਆ ਗਿਆ। ਦੇਰ ਰਾਤ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੇ ਸਵੇਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਪੁਲਿਸ ਨੇ ਹਾਲੇ ਵੀ ਪਿੰਡ ਨੂੰ ਸੀਲ ਕੀਤਾ ਹੋਇਆ ਹੈ। ਪਿੰਡ ਦੇ ਵਿੱਚ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਹੈ। ਥੋੜੀ ਹੀ ਦੇਰ ਦੇ ਵਿੱਚ ਮੁੜ ਤੋਂ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਜਾਏਗਾ। ਇੱਕ ਵਾਰ ਫਿਰ ਤੋਂ ਤਲਾਸ਼ੀ ਹੋਏਗੀ। ਫਿਲਹਾਲ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਹੋਣ ਦੀ ਖਬਰ ਨਹੀਂ ਹੈ, ਪਰ ਪੁਲਿਸ ਇਨੋਵਾ ਕਾਰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਕਰ ਰਹੀ ਹੈ। ਤਲਾਸ਼ ਅਜੇ ਵੀ ਜਾਰੀ ਹੈ। ਪਿੰਡ ਦੇ ਸਰਪੰਚ ਦੇ ਮੁਤਾਬਕ ਇਨੋਵਾ 'ਚ 2 ਦੇ ਕਰੀਬ ਨੌਜਵਾਨ ਸੀ ਜਿਨ੍ਹਾਂ ਦੇ ਅੰਮ੍ਰਿਤਪਾਲ ਤੇ ਉਸਦੇ ਸਾਥੀ ਹੋਣ ਦਾ ਸ਼ੱਕ ਹੈ। ਜਿਵੇਂ ਹੀ ਤੇਜ਼ ਰਫ਼ਤਾਰ ਇਨੋਵਾ ਪਿੰਡ 'ਚ ਦਾਖਲ ਹੋਈ ਤਾਂ ਉਸਦੇ ਪਿੱਛੇ ਕੁਝ ਗੱਡੀਆਂ ਹੋਰ ਨਜ਼ਰ ਆਈਆਂ। ਇਨੋਵਾ ਸਵਾਰ ਨੌਜਵਾਨ ਪਿੰਡ ਦੇ ਗੁਰਦੁਆਰੇ ਦੇ ਨੇੜੇ ਕਾਰ ਛੱਡ ਕੇ ਭੱਜ ਗਏ, ਜਿਸ ਤੋਂ ਬਾਅਦ ਪੁਲਿਸ ਨੇ ਪਿੰਡ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ। ਹੁਸ਼ਿਆਰਪੁਰ ਦਾ ਪਿੰਡ ਹੈ ਮਰਨਾਈਆਂ, ਜਿੱਥੇ ਇਨੋਵਾ ਦਾ ਪਿੱਛਾ ਕਰਦੇ ਹੋਏ ਪੁਲਿਸ ਪਹੁੰਚੀ ਤੇ ਇਸੇ ਪਿੰਡ ਦੇ ਗੁਰੂ ਘਰ ਦੇ ਨੇੜੇ ਇਨੋਵਾ ਛੱਡ ਕੇ ਇਹ ਨੌਜਵਾਨ ਫਰਾਰ ਹੋ ਗਏ, ਜਿਸ ਤੋਂ ਬਾਅਦ ਇਹ ਪੂਰਾ ਪਿੰਡ ਸੀਲ ਕੀਤਾ ਹੋਇਆ। ਦੇਰ ਰਾਤ ਤਲਾਸ਼ੀ ਅਭਿਆਨ ਚਲਾਇਆ ਗਿਆ। ਇੱਕ ਘਰ ਦੀ ਤਲਾਸ਼ੀ ਹੋਈ ਹੈ। ਅਜੇ ਵੀ ਪੈਰਾਮਿਲਟਰੀ ਫੋਰਸ ਤੇ ਪੁਲਿਸ ਪਿੰਡ ਦੇ ਵਿੱਚ ਮੌਜੂਦ ਨੇ। ਪਿੰਡ ਨੂੰ ਸੀਲ ਕੀਤਾ ਹੋਇਆ ਤੇ ਥੋੜੀ ਹੀ ਦੇਰ ਦੇ ਵਿੱਚ ਮੁੜ ਤੋਂ ਤਲਾਸ਼ੀ ਅਭਿਆਨ ਚਲਾਇਆ ਜਾਏਗਾ। ਤਾਂ ਇਹ ਸਰਚ ਆਪਰੇਸ਼ਨ ਜਾਰੀ ਹੈ। ਥੋੜੀ ਦੇਰ ਦੇ ਵਿੱਚ ਮੁੜ ਤੋਂ ਤਲਾਸ਼ੀ ਅਭਿਆਨ ਚੱਲੇਗਾ। ਕਾਊਂਟਰ ਇੰਟੈਲੀਜੈਂਸ ਇਨੋਵਾ ਕਾਰ ਦਾ ਪਿੱਛਾ ਕਰ ਰਹੀ ਸੀ। ਇਨੋਵਾ ਕਾਰ ਫਗਵਾੜਾ ਤੋਂ ਹੁਸ਼ਿਆਰਪੁਰ ਜਾ ਰਹੀ ਸੀ, ਜਿਸ ਦਾ ਪਿੱਛਾ ਹੋ ਰਿਹਾ ਸੀ। ਇਨੋਵਾ ਦੇ ਵਿੱਚ 4 ਨੌਜਵਾਨਾਂ ਦੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਨੋਵਾ ਹੁਸ਼ਿਆਰਪੁਰ ਦੇ ਪਿੰਡ ਮਰਨਾਈਆਂ ਦੇ ਵਿੱਚ ਦਾਖਲ ਹੋਈ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਕਾਰ ਛੱਡ ਕੇ ਨੌਜਵਾਨ ਫਰਾਰ ਹੋ ਗਏ। ਸ਼ੱਕੀ ਨੌਜਵਾਨਾਂ ਦੀ ਤਲਾਸ਼ ਦੇ ਵਿੱਚ ਇਹ ਸਰਚ ਆਪਰੇਸ਼ਨ ਹੋ ਰਿਹਾ ਹੈ। ਪੁਲਿਸ ਨੇ ਇਨੋਵਾ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ। ਤਾਂ ਸ਼ੱਕੀਆਂ ਦੀ ਤਲਾਸ਼ ਹੋ ਰਹੀ ਹੈ।
कल देर रात पुलिस दे वल्लों सर्च अभियान चलाया गया। पूरा पिंड सील करके एक एक घर की तलाशी ली गई है। हुण थोड़ी देर बाद फिर तो तलाशी ली जाएगी। थोड़ी देर बाद फिर तो तलाशी अभियान चलाया जाएगा। पूरा पिंड पुलिस दे वल्लों सील किया गया है। पैरामिलिटरी फोर्स भी उत्थे तैनात है। एक वड्डा सर्च ऑपरेशन जारी है। हुशियारपुर के मरनाइयां पिंड दे विच फगवाड़ा तो पुलिस पिछा कर रही सी। हुशियारपुर के पिंड मरनाइयां दे विच इनोवा दाखिल हुई ते उत्थे गुरु घर दे नेड़े इनोवा कार छड्ड के ये शक्की उत्थों फरार हो गए, जिन्हां दी तलाश दे विच पूरे पिंड दे विच छापेमारी की गई है। एक एक घर की तलाशी ली गई ते हुण थोड़ी देर बाद फिर तो तलाशी अभियान चलाया जाएगा। सवा 8:30 बजे ना एक इनोवा गड्डी आई सी। अच्छा जी। ਉਹਦੇ ਮਗਰ ਇੱਕ ਫੋਰਚੂਨਰ ਗੱਡੀ ਸੀ, ਉਹਦਾ ਪਿੱਛਾ ਕਰਦੀ ਸੀ। ਦੂਸਰੀਆਂ ਗੱਡੀਆਂ ਸੀ। ਉਹ ਨਾ ਸਾਡੇ ਇੱਧਰ ਇੱਕ ਗੁਰਦੁਆਰਾ ਸਾਹਿਬ ਹੈ, ਉਹ ਭਾਈ ਚਾਚਾ ਜੀ, ਉਹ ਉੱਥੇ ਤਕਰੀਬਨ ਉੱਧਰ ਨੂੰ ਗੱਡੀ ਫਾੜ ਲਈ ਉਹਨਾਂ ਨੇ, ਖੇਤਾਂ ਦੇ ਥੋੜਾ ਲੱਗ ਗਿਆ। ਅੱਛਾ ਜੀ। ਤੇ ਉਹ ਗੱਡੀ ਦੇ ਵਿੱਚੋਂ ਕਹਿੰਦੇ ਜੋ ਉਸੇ ਦਿਨ ਦੱਸਦੇ ਵਾਂਗੂ ਹੋ ਰਿਹਾ ਨੋਇਜ਼ ਆ ਰਹੀ ਹੈ ਤੇ ਉਹਦਾ ਪਤਾ ਨਹੀਂ ਉੱਥੇ ਕੌਣ ਸੀਗੇ। ਤੇ ਉਹ ਦੋ ਬੰਦੇ ਕਹਿੰਦੇ ਉਹਦੇ ਵਿੱਚੋਂ ਉਤਰ ਕੇ ਭੱਜ ਗਏ ਸਾਈਡ ਨੂੰ, ਖੇਤਾਂ ਨੂੰ ਕੰਧਾ ਟੱਪ ਕੇ। ਅੱਛਾ ਜੀ। ਤੇ ਉਸ ਤੋਂ ਬਾਅਦ ਸਾਰਾ ਹੀ ਪਿੰਡ ਉਹਨਾਂ ਨੇ ਸੀਲ ਕਰ ਦਿੱਤਾ। ਦੂਸਰੀ ਗੱਲ ਭਾਜੀ ਕੋਈ ਇੱਕ ਬੜਾ ਰੌਲਾ ਪੈਣ ਡਿਆ ਵੀ ਅੰਮ੍ਰਿਤਪਾਲ ਦਾ ਸਰਚ ਆਪਰੇਸ਼ਨ ਹੈ, ਕੁਛ ਇੱਦਾਂ ਦੀ ਵੀ ਗੱਲ ਇੱਦਾਂ ਦੀ ਭਾਜੀ ਸਾਹਮਣੇ ਤਾਂ ਆ ਰਹੀ ਆ, ਬਾਕੀ ਪਤਾ ਨਹੀਂ। 4 ਜ਼ਿਲ੍ਹਿਆਂ ਦੀ ਪੁਲਿਸ ਆਈ ਹੋਈ ਆ ਇੱਥੇ। ਤਾਂ ਇਸ ਤੋਂ ਬਾਅਦ ਕਈ ਘਰਾਂ ਦੀ ਵੀ ਤਲਾਸ਼ੀ ਲਈ ਤਕਰੀਬਨ ਸਾਰੇ ਘਰਾਂ ਦੀ ਲੈ ਰਹੇ ਜੀ, ਤੁਹਾਡੇ ਸਾਹਮਣੇ। ਐਕਟੀਵਿਟੀ ਦੇਖੀ ਹੋਵੇ ਕੋਈ ਅੰਮ੍ਰਿਤਪਾਲ ਦੀ ਇੱਧਰ ਨਹੀਂ ਇੱਦਾਂ ਦਾ ਕੁਝ ਨਹੀਂ ਹੋਗਾ, ਕੋਈ ਉਸ ਇੱਦਾਂ ਗੁਰਦੁਆਰਾ ਦਾ ਸਾਹਿਬ ਕੁਝ ਦੀ ਗੱਲ ਨਹੀਂ, ਕੁਝ ਵੀ ਨਹੀਂ ਹੈਗਾ। ਕੋਈ ਹੈ ਕੋਈ ਸਾਡੇ ਪਿੰਡ ਦੇ ਵਿੱਚ ਇੱਦਾਂ ਦਾ ਕੋਈ ਨਹੀਂ ਹੈਗਾ। ਕੋਈ ਸਮਰਥਕ ਵਗੈਰਾ ਉਹਦਾ ਜਾਂ ਕੁਝ ਸਾਡੇ ਪਿੰਡ ਵਿੱਚ ਤਾਂ ਇੱਦਾਂ ਦਾ ਸਾਡੀ ਨਿਗਾਹ 'ਚ ਕੋਈ ਨਹੀਂ ਹੈਗਾ। ਤਾਂ ਪਿੰਡ ਦੇ ਸਰਪੰਚ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਸੀ, ਜਿਸ ਨੇ ਕਿਹਾ ਕਿ ਕੋਈ ਇਨੋਵਾ ਕਾਰ ਸੀ ਜਿਸ ਦਾ ਪੁਲਿਸ ਪਿੱਛਾ ਕਰ ਰਹੀ ਸੀ। ਜਿਵੇਂ ਹੀ ਇਨੋਵਾ ਕਾਰ ਪਿੰਡ ਦੇ ਵਿੱਚ ਦਾਖਲ ਹੋਈ ਹੈ ਤਾਂ ਕੁਝ ਗੱਡੀਆਂ ਉਸ ਦੇ ਪਿੱਛੇ ਆਈਆਂ ਨੇ। ਉਹ ਨੌਜਵਾਨ ਜੋ ਵੀ ਉਸ ਦੇ ਵਿੱਚ ਸਵਾਰ ਸੀ ਉਹ ਗੁਰੂ ਘਰ ਦੇ ਨੇੜੇ ਕਾਰ ਛੱਡ ਕੇ ਉੱਥੋਂ ਭੱਜ ਗਏ ਤੇ ਪੁਲਿਸ ਦੇ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਤਾਂ ਇਹ ਰਾਤ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਦੂਸਰੇ ਪਾਸੇ ਅੱਜ ਸਵੇਰ ਦੀਆਂ ਤਸਵੀਰਾਂ ਨੇ। ਪੈਰਾਮਿਲਿਟਰੀ ਫੋਰਸ ਵੀ ਤੈਨਾਤ ਹੈ। पूरे पिंड नूं सील किया होया है। कल रात नूं भी घर घर की तलाशी ली गई है तो हुण थोड़ी ही देर बाद फिर तो तलाशी अभियान शुरू किया जाएगा। एक बार फिर तो तलाशी ली जाएगी, घर घर की तलाशी होएगी इस पिंड दे विच जो जिस इनोवा दा पुलिस पिछा कर रही सी। वो इनोवा इस पिंड दे विच दाखिल हुई तो इनोवा नूं गुरु घर दे नेड़े छड्ड के ਜਿਹੜੇ ਵੀ ਸ਼ਖਸ ਉਸ ਦੇ ਵਿੱਚ ਸਵਾਰ ਸੀ ਉਹ ਉੱਥੋਂ ਭੱਜ ਗਏ, ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮਨੋਜ ਰਾਠੀ ਮੇਰੇ ਸਹਿਯੋਗੀ ਜੁੜੇ ਨੇ। ਮਨੋਜ, ਪੂਰੀ ਜਾਣਕਾਰੀ ਇਸ ਮਾਮਲੇ ਤੇ ਚਾਹਾਂਗੇ। ਹੁਣ ਤੱਕ ਕੀ ਕੁਝ ਤਲਾਸ਼ੀ ਦੇ ਵਿੱਚ ਸਾਹਮਣੇ ਆਇਆ ਹੈ? ਇਨੋਵਾ ਦੇ ਵਿੱਚ ਕੌਣ ਸਵਾਰ ਸੀ, ਇਸ ਨੂੰ ਲੈ ਕੇ ਕੋਈ ਜਾਣਕਾਰੀ? ਦੇਖੋ ਅੱਜ ਇਹਦੇ ਵਿੱਚ ਜਿਹੜੀ ਕਾਊਂਟਰ ਇੰਟੈਲੀਜੈਂਸ ਹੈ ਉਹਨਾਂ ਨੂੰ ਇੱਕ ਇਨਪੁਟ ਸੀ ਕਿ ਵਾਈਟ ਕਲਰ ਦੀ ਇਨੋਵਾ ਗੱਡੀ, ਪੰਜਾਬ ਨੰਬਰ ਹੈਗਾ ਲੁਧਿਆਣਾ ਨੰਬਰ PB10057, ਇਹਦੇ ਵਿੱਚ ਅੰਮ੍ਰਿਤਪਾਲ ਹੋ ਸਕਦਾ ਹੈ, ਪਪਲਪ੍ਰੀਤ ਹੋ ਸਕਦਾ ਹੈ। ਇਹਨੂੰ ਲੈ ਕੇ ਲਗਾਤਾਰ ਕਾਊਂਟਰ ਇੰਟੈਲੀਜੈਂਸ ਉਸ ਗੱਡੀ ਨੂੰ ਚੇਜ਼ ਕਰ ਰਹੇ ਸੀ। ਕੱਲ ਸ਼ਾਮ ਦੀ ਗੱਲ ਹੈ, ਸ਼ਾਮ ਜੀ ਨੂੰ ਲੈ ਕੇ ਜਦ ਇਹ ਹੁਸ਼ਿਆਰਪੁਰ ਫਗਵਾੜਾ ਰੋਡ ਤੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਪਹਿਲਾਂ ਹੀ ਨਾਕੇਬੰਦੀ ਜਿਹੜੀ ਆ ਕਰ ਦਿੱਤੀ ਗਈ ਸੀ, ਲੇਕਿਨ ਇਹਨੇ ਗੱਡੀ ਭਜਾ ਲਈ ਸੀ। ਜਿਹੜੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਪੁਲਿਸ ਅਫਸਰ ਦੇ ਰਹੇ ਕਿ ਗੱਡੀ ਜਿਹੜੀ ਹੈਗੀ ਭਜਾ ਲਈ ਸੀ। ਇਨਪੁਟ ਸੀਗੀ ਕਿ ਅੰਮ੍ਰਿਤਪਾਲ ਇਸ ਗੱਡੀ 'ਚ ਹੋ ਸਕਦਾ ਹੈ। ਉਹਦੇ ਵਿੱਚ ਹੁਣ ਇਹਨਾਂ ਨੇ ਜਦ ਪਿੰਡ ਦੀ ਸਾਈਡ ਗੱਡੀ ਭਜਾਈ ਤੇ ਪਿੱਛੇ ਹਾਲਾਂਕਿ ਪੁਲਿਸ ਦੀ ਜਿਹੜੀ ਗੱਡੀ ਹੈ, ਕਾਊਂਟਰ ਇੰਟੈਲੀਜੈਂਸ ਦੇ ਜਿਹੜੇ ਸੀਨੀਅਰ ਅਫਸਰ ਹੈ ਉਹ ਵੀ ਗੱਡੀ 'ਚ ਮੌਜੂਦ ਸੀਗੇ, ਲੇਕਿਨ ਅੱਗੇ ਜਾ ਕੇ ਪੂਰਾ ਜਿਹੜਾ ਰੋਡ ਹੈ ਅੰਦਰ ਦਾ ਜਿਹੜਾ ਪਿੰਡ ਦਾ ਉਹ ਬੰਦ ਸੀਗਾ, ਕਿਉਂਕਿ ਗੁਰਦੁਆਰਾ ਸਾਹਿਬ ਬਿਲਕੁਲ ਨੇੜੇ ਸੀਗਾ। ਇਹਨਾਂ ਨੇ ਗੱਡੀ ਇਨੋਵਾ ਛੱਡੀ, ਦੀਵਾਰ ਟੱਪ ਕੇ ਇਸ ਉੱਥੋਂ ਭੱਜ ਗਏ। ਉਸ ਤੋਂ ਬਾਅਦ ਪੂਰਾ ਜਿਹੜਾ ਪਿੰਡ ਹੈ ਉਹਨੂੰ ਪੂਰਾ ਸੀਲ ਕਰਨ ਤੋਂ ਬਾਅਦ ਹਾਲਾਂਕਿ ਸੀਨੀਅਰ ਅਫਸਰ ਉੱਥੇ ਪਹੁੰਚੇ ਸੀਗੇ, ਜਿਹੜੇ ਵੀ ਅੰਮ੍ਰਿਤਪਾਲ ਕੇਸ ਨੂੰ ਹੈਂਡਲ ਕਰ ਰਹੇ ਹੈ, ਜਿਹੜੇ ਸੀਨੀਅਰ ਆਫੀਸਰ ਨੇ, SSP, DIG, ADGP, ਇਹ ਸਾਰੇ ਉੱਥੇ ਰਾਤ ਨੂੰ ਪਹੁੰਚੇ ਸੀਗੇ। ਪੂਰਾ ਰਾਤ ਆਪਰੇਸ਼ਨ ਕੀਤਾ ਗਿਆ। ਇੱਕ ਘਰ ਦੀ ਤਲਾਸ਼ੀ ਜਿਹੜੀ ਹੈਗੀ ਉਹ ਲਿੱਤੀ ਗਈ ਹੈ। ਇੱਕ ਘਰ ਦੀ ਜਿਹੜੀ ਸਰਚ ਆਪਰੇਸ਼ਨ ਕੀਤਾ ਗਿਆ। ਖੁਦ ਉੱਥੇ ਜਿਹੜੇ ਜਸਵਿੰਦਰ ਸਿੰਘ ਨੇ, ਸਰਪੰਚ ਨੇ ਉਸ ਪਿੰਡ ਦੇ, ਉਹਨਾਂ ਨਾਲ ਵੀ ਗੱਲਬਾਤ ਹੋਈ। ਉਹਨਾਂ ਨੇ ਵੀ ਕਿਹਾ ਕਿ ਕਰੀਬ 8:30-9 ਵਜੇ ਦੇ ਕਰੀਬ ਦਾ ਜਿਹੜਾ ਇਹ ਵਾਕਿਆ ਪੂਰਾ ਇੱਕ ਇਨੋਵਾ ਗੱਡੀ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਨੌਜਵਾਨ ਜਿਹੜੇ ਆਉਂਦੇ ਆ ਤੇ ਉਹ ਭੱਜ ਜਾਂਦੇ ਦੀਵਾਰ ਫੰਨ ਕੇ। ਲੇਕਿਨ ਹੁਣ ਤੱਕ ਦੀ ਜੇ ਅਸੀਂ ਗੱਲ ਕਰੀਏ, ਹੁਣ ਵੀ ਆਪਰੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ। ਨੇੜੇ ਤੇੜੇ ਜਿਹੜੇ ਪਿੰਡ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉੱਥੇ ਵੀ ਸਰਚ ਆਪਰੇਸ਼ਨ ਕੀਤਾ ਜਾ ਰਿਹਾ। ਪੂਰੀ ਰਾਤ ਇਹ ਸਰਚ ਆਪਰੇਸ਼ਨ ਕੀਤਾ ਹੈ। ਉਸ ਤੋਂ ਬਾਅਦ ਜਿਹੜੀ ਇਨਪੁਟ ਹੈ, ਲੇਕਿਨ ਅਰਸ਼ਦੀਪ ਹੁਣ ਸਵਾਲ ਇਹਦੇ ਵਿੱਚ ਕਈ ਨੇ ਕਿ ਅਰਸ਼ਦੀਪ ਦੀ ਪਹਿਲਾਂ ਜਿਹੜੀ ਸਾਹਮਣੇ ਆ ਰਹੀ ਸੀ ਕਿ ਪਟਿਆਲਾ, ਉਸ ਤੋਂ ਬਾਅਦ ਸ਼ਾਹਬਾਦ, ਉਸ ਤੋਂ ਬਾਅਦ ਦਿੱਲੀ, ਉਸ ਤੋਂ ਬਾਅਦ ਨੇਪਾਲ ਦੀ ਗੱਲ ਆ ਰਹੀ ਸੀ ਕਿ ਦੁਬਾਰਾ ਹੁਣ ਪੰਜਾਬ 'ਚ ਕੀ ਅੰਮ੍ਰਿਤਪਾਲ ਐਂਟਰ ਹੋਇਆ ਹੈ, ਕਿਉਂਕਿ
ਇੱਕ ਵੱਡੀ ਇਨਪੁਟ ਸੀਗੀ, ਜਿਹੜੇ ਟੌਪ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਵੱਡੀ ਇਨਪੁਟ ਸੀਗੀ ਕਾਊਂਟਰ ਇੰਟੈਲੀਜੈਂਸ ਨੂੰ ਕਿ ਅੰਮ੍ਰਿਤਪਾਲ ਹੋ ਸਕਦਾ ਹੈ। ਤਾਂ ਬਹੁਤ ਸਾਰੀ ਚੀਜ਼ਾਂ ਹੁਣ ਇਨਵੈਸਟੀਗੇਸ਼ਨ ਸਾਹਮਣੇ ਆ ਰਹੀ, ਹਾਲਾਂਕਿ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦੇ ਨਹੀਂ ਨਜ਼ਰ ਆ ਰਹੇ, ਕਿਉਂਕਿ ਇੱਕ ਸੀਕ੍ਰੇਟ ਕਹਿ ਸਕਦੇ ਹਾਂ ਕਿ ਇੱਕ ਸੀਕ੍ਰੇਟ ਆਪਰੇਸ਼ਨ ਸੀਗਾ, ਲੇਕਿਨ ਹਜੇ ਤੱਕ ਕਾਮਯਾਬੀ ਕਹਿ ਸਕਦੇ ਹਾਂ ਕਿ ਨਹੀਂ ਹੋਈ ਹੈ, ਕਿਉਂਕਿ ਗੱਡੀ ਤਾਂ ਇਹਨਾਂ ਨੇ ਰਿਕਵਰ ਕਰ ਲਈ। ਹੁਣ ਗੱਡੀ ਵਾਈਟ ਕਲਰ ਦੀ ਜਿਹੜੀ ਇਨੋਵਾ ਹੈ ਉਹ ਕਿਹਦੇ ਨਾਂ ਹੈਗੀ ਹੈ, ਉਸ ਗੱਡੀ 'ਚ ਸੀਗੇ ਕੌਣ, ਅਸਲ 'ਚ ਸੀਗੇ ਕੌਣ, ਕਿਉਂਕਿ ਹੁਣ ਤੱਕ ਤਾਂ ਜਸਟ ਇੱਕ ਇਨਪੁਟ ਸੀਗਾ ਕਿ ਅੰਮ੍ਰਿਤਪਾਲ ਹੋ ਸਕਦਾ ਹੈ, ਲੇਕਿਨ ਕਲੀਅਰਟੀ ਜਿਹੜੀ ਹੈਗੀ ਉਹ ਨਹੀਂ ਹੈ। ਕਲੂ ਜਿਹੜਾ ਹੈਗਾ ਰਾਤ ਨੂੰ ਵੀ ਨਹੀਂ ਮਿਲਿਆ, ਕਿਸੇ ਵੀ ਤਰ੍ਹਾਂ ਦੀ ਕੋਈ ਅਰੈਸਟ ਰਾਤ ਨੂੰ ਨਹੀਂ ਹੋਈ ਹੈ ਜਿਹੜੀ ਹੁਣ ਤੱਕ ਜਾਣਕਾਰੀ ਹੈਗੀ ਹੈ, ਲੇਕਿਨ ਅੰਮ੍ਰਿਤਪਾਲ ਸੀਗਾ ਉਸ ਗੱਡੀ 'ਚ ਨਹੀਂ ਸੀ, ਇਹ ਵੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ। ਲੇਕਿਨ ਹੁਣ ਸਵਾਲ ਕਈ ਖੜੇ ਹੁੰਦੇ ਨੇ ਕਿ ਕੀ ਦੁਬਾਰਾ ਤੋਂ ਅੰਮ੍ਰਿਤਪਾਲ ਪੰਜਾਬ ਐਂਟਰ ਹੋਇਆ ਹੈ, ਕਿ ਦੁਬਾਰਾ ਤੋਂ ਅੰਮ੍ਰਿਤਪਾਲ ਹੁਣ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਉਹ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਹੁਣ ਤੱਕ ਦੀ ਅਸੀਂ ਗੱਲ ਕਰੀਏ ਕਿ ਕਈ ਜਿਹੜੀ ਹੈਗੀ ਚੀਜ਼ਾਂ ਸਾਹਮਣੇ ਆ ਰਹੀ, ਕਈ ਜਿਹੜੀ ਇਨਵੈਸਟੀਗੇਸ਼ਨ 'ਚ ਹੋਰ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਹੁਣ ਅੰਮ੍ਰਿਤਪਾਲ ਸਰੈਂਡਰ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਇਹ ਵੀ ਜਿਹੜੀ ਟੌਪ ਸੋਰਸਿਸ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਅੰਮ੍ਰਿਤਪਾਲ 1-2 ਦਿਨ ਤੱਕ ਸਰੈਂਡਰ ਵੀ ਕਰ ਸਕਦਾ ਹੈ, ਲੇਕਿਨ ਇਹ ਹਜੇ ਗੱਲਾਂ ਨੇ, ਹਜੇ ਇਹਦੀ ਕੋਈ ਪੁਸ਼ਟੀ ਨਹੀਂ ਹੈ। ਲੇਕਿਨ ਅੰਮ੍ਰਿਤਪਾਲ ਪੰਜਾਬ 'ਚ ਕਿਸ ਤਰ੍ਹਾਂ ਐਂਟਰ ਹੋਇਆ, ਪੰਜਾਬ 'ਚ ਕੀ ਕਰਨ ਆਇਆ ਦੁਬਾਰਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਨੂੰ ਲੈ ਕੇ ਜਿਹੜੇ ਸੀਨੀਅਰ ਅਫਸਰ ਨੇ ਉਹ ਹਜੇ ਤੱਕ ਇਨਵੈਸਟੀਗੇਸ਼ਨ ਕਰ ਰਹੇ। ਰਾਤ ਨੂੰ ਪੂਰੀ ਰਾਤ ਸਰਚ ਆਪਰੇਸ਼ਨ ਕੀਤਾ ਗਿਆ, ਸੀਨੀਅਰ ਅਫਸਰ ਵੀ ਕਰੀਬ 3-3:30 ਵਜੇ ਤੱਕ ਉੱਥੇ ਸਾਰੇ ਸੀਨੀਅਰ ਅਫਸਰ ਵੀ ਮੌਜੂਦ ਰਹੇ ਰਾਤ ਦੇ, ਉਸ ਤੋਂ ਬਾਅਦ ਨਿਕਲ ਗਏ ਸੀ ਸਾਰੇ ਸੀਨੀਅਰ ਅਫਸਰ, ਲੇਕਿਨ ਲੋਕਲ ਪੁਲਿਸ, ਡੀਐਸਪੀ, ਐਸਐਚਓਜ਼ ਉਹ ਸਾਰੇ ਰਾਤ ਭਰ ਸਰਚ ਆਪਰੇਸ਼ਨ ਜਿਹੜੇ ਹੈ ਉਹ ਕਰਦੇ ਰਹੇ। ਜੀ ਸ਼ੁਕਰੀਆ ਫਿਲਹਾਲ ਮਨੋਜ ਪੂਰੀ ਜਾਣਕਾਰੀ ਦੇ ਲਈ। ਤਾਂ ਇਨਪੁਟ ਜ਼ਰੂਰ ਸੀ ਪੁਲਿਸ ਦੇ ਕੋਲ, ਲੇਕਿਨ ਉਸ ਇਨੋਵਾ ਦੇ ਵਿੱਚ ਕੌਣ ਸੀ ਅਜੇ ਤੱਕ ਸਾਫ਼ ਨਹੀਂ ਹੋ ਪਾਇਆ। ਅਜੇ ਵੀ ਤਲਾਸ਼ ਜਾਰੀ ਹੈ, ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਮੇਰੇ ਸਹਿਯੋਗੀ ਅਮਰੀਕ ਜੁੜੇ ਨੇ ਗਰਾਊਂਡ ਜ਼ੀਰੋ ਤੋਂ, ਹੁਸ਼ਿਆਰਪੁਰ ਦੇ ਉਸ ਪਿੰਡ ਤੋਂ ਜਿੱਥੇ ਇਹ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ ਤੇ ਹੁਣ ਵੀ ਥੋੜੀ ਹੀ ਦੇਰ ਦੇ ਵਿੱਚ ਦੁਬਾਰਾ ਸ਼ੁਰੂ ਹੋਏਗਾ। ਅਮਰੀਕ, ਕੀ ਕੁਝ ਤਸਵੀਰ ਹੈ ਮੌਕੇ ਦੀ ਤੇ ਹੁਣ ਤੱਕ ਕੀ ਕੁਝ ਅਪਡੇਟ ਹੈ, ਪਤਾ ਲੱਗ ਪਾਇਆ ਕਿ ਇਨੋਵਾ 'ਚ ਕੌਣ ਸਵਾਰ ਸੀ? जी अर्शदीप, जिवें कि मेरे साथी ने दस्सिया कि बीती रात तो ही पुलिस सतर्क आ ते उन्हां वल्लों सर्च अभियान भी बीती रात चलाया गया। इस वक्त असीं ग्राउंड जीरो दे जिहड़ियां तुसीं तस्वीरां देख रहे हैं, ये सी गुरुद्वारा साहब दे विच सब तो पहला इनोवा आके रुकी सी ते यही कंध टप के जेकर मन्निया जावे 2 शक्की सन, वो 2 शक्की एसी कंध टप के इथों फरार होए सन। पर पुलिस वालों रात भी पूरी रात सर्च अभियान चलाया गया, कल्ले कल्ले घर की तलाशी ली गई, जिस तो बाद अज सवेर तो भी क्रस रही पुलिस के जो आला अधिकारी ने वो कह रहे हैं कि सर्च अभियान चलाया जाएगा। एक तस्वीरां दिखाने हुणे जो डीएसपी ने वो भी इत्थे पहुंचे ने जस्ट 1 मिनट पहला। हुण इन्हां दे वल्लों की डीएसपी एसएचओ दे वल्लों की अगला रुख अख्तियार किया जांदा, सर्च अभियान चलाना है या कुछ होर रणनीति है, ये तो हुण थोड़ी देर च पता लगी सी। पर हले तक दोनों जो शक्की ने उन्हां दे बारे हले कोई पहचान नहीं हो सकी। एक अपने दर्शकों नूं जरूर दस दिंदे आ कि जदों ये इनोवा आई सी तां जिस तो थोड़ी दूरी ग्राउंड दे विच कुछ बच्चे खेड रहे सन, उन्हां दे नाल साडी गल होई आ। उन्हां कहा कि जिहड़े 2 शक्की सन वो बकायदा चोड़े दे विच सन, सिੱਖੀ ਸਰੂਪ ਦੇ ਵਿੱਚ सन, पर वो है कौन सन हले उन्हां दी आइडेंटिटी नहीं शो हो पाई। जी अर्शदीप जी ਇਹ ਜ਼ਰੂਰ ਕਨਫਰਮ ਹੈ ਕਿ 2 ਲੋਕ ਸੀ ਮੌਜੂਦ ਜੋ ਆਸ-ਪਾਸ ਦੇ ਲੋਕਾਂ ਨੇ ਦੇਖਿਆ। ਤੇ ਕਿੰਨੇ ਕੁ ਵਜੇ ਦਾ ਸਮਾਂ ਸੀ ਅਮਰੀਕ ਜਦੋਂ ਇਹ ਇਨੋਵਾ ਪਹੁੰਚੀ ਹੈ? जी अर्शदीप, जो बच्चे खेडते सन ग्राउंड दे विच उन्होंने दस्सिया कि 2 ही लोग इनोवा दे विच मौजूद सन ते थोड़ी जो 8-8:15 के करीब दी इनोवा इत्थे पहुंचदी है, वही 7-7:30 के करीब इनोवा जो फगवाड़े तो पार करती है ते 15 या 20 मिनट बाद ही इस गुरुद्वारा साहब दे विच पहुंच जाती है, जिस तो बाद 8-8:30 के करीब पुलिस वालों पूरा सर्च ऑपरेशन चलाया जाता है जो बीती रात 2:30-3 बजे तक लेट नाइट तक चलिया। जी अमरीक, ਇਹ ਵੀ ਸਮਝਣਾ ਚਾਹਾਂਗੇ ਕਿ ਇਸ ਵੇਲੇ ਇਸ ਪਿੰਡ ਨੂੰ ਅਜੇ ਵੀ ਸੀਲ ਕੀਤਾ ਹੋਇਆ ਹੈ ਤੇ ਆਸ-ਪਾਸ ਦੇ ਪਿੰਡਾਂ 'ਚ ਵੀ ਕੀ ਚੈਕਿੰਗ ਹੋ ਰਹੀ ਹੈ, ਇਸ ਨੂੰ ਲੈ ਕੇ ਕੀ ਕੁਝ ਜਾਣਕਾਰੀ? जी अर्शदीप, जे गल की जाए तो इस तो आप दूर जाके देखते हैं, देखा जाए तो हले तक भी पुलिस के जो जवान ने हले भी पिंड के दूसरे पासे जो 2 किलोमीटर का एरिया पैरामिलिटरी फोर्स नाल पंजाब पुलिस के जवान हले भी इस पिंड नूं पूरा घेरा पाया होया है। ते हले भी जे कोई पिंड दे विच स्टार्टिंग जो फगवाड़ा रोड आ जो उत्थों एंटर करता है मोटरसाइकिल ते होवे जां गड्डी दे विच होवे, बकायदा उसनूं उसकी आइडेंटिटी पुछी जाती है, काम पुछया जाता है कि की कारण चला आ, उहदा इत्थे घर आ जां किसे नूं मिलण आया, उस तो बाद ही पिंड दे विच एंट्री कीती जाती है। नाल दे पिंडां दे विच भी लोग ने जो साडी हुणी थोड़े के लोकां नाल गल होई दस्सिया कि पुलिस जरूर है पर हले उत्थे कोई इस तरह की सर्च अभियान वाली या पुछ गिछ की कोई स्थिति नहीं है। जी अर्शदीप।
ਕੀ ਇਸ ਗੁਰੂ ਘਰ ਦੇ ਵਿੱਚ ਕੋਈ ਸੀਸੀਟੀਵੀ ਲੱਗੇ ਹੋਏ ਨੇ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਇਨੋਵਾ ਦੇ ਵਿੱਚ ਕੌਣ ਸੀ ਜਾਂ ਕੌਣ ਉਤਰ ਕੇ ਭੱਜਿਆ? ਕੀ ਕੋਈ ਸੀਸੀਟੀਵੀ ਮੌਜੂਦ ਹੈ? ਜੀ ਅਰਸ਼ਦੀਪ, ਸਭ ਤੋਂ ਪਹਿਲਾਂ ਪੁਲਿਸ ਨੇ ਆ ਕੇ ਸੀਸੀਟੀਵੀ ਦੀ ਹੀ ਗੱਲ ਤੇ ਕੀਤੀ ਸੀ, ਜੋ ਸਾਡੀ ਵੀ ਗੱਲ ਹੋਈ ਸੀ ਆਲਾ ਅਧਿਕਾਰੀਆਂ ਦੇ ਨਾਲ ਕਿ ਸੀਸੀਟੀਵੀ ਦੱਸ ਦਿੰਦੇ ਆ। ਪਹਿਲਾਂ ਤੁਹਾਨੂੰ ਗੇਟ ਦਿਖਾ ਦਿੰਦੇ ਆ। ਗੁਰਦੁਆਰਾ ਬਾਬਾ ਭਾਈ ਚੰਚਲ ਸਿੰਘ ਦਾ ਇੱਕ ਗੁਰਦੁਆਰਾ ਆ, ਪਿੰਡਾਂ ਦੇ ਵਿੱਚ ਗੁਰਦੁਆਰਾ ਲੱਗਾ ਹੋਣ ਕਾਰਨ ਸ਼ਾਇਦ ਜੋ ਐਂਟਰੈਂਸ ਤੇ ਜਿੱਥੋਂ ਇਨੋਵਾ ਆਂਦੀ ਆ ਉੱਥੇ ਕੈਮਰੇ ਨਹੀਂ ਨੇ। ਜੋ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਏ ਨੇ ਉੱਥੇ ਕੈਮਰੇ ਜ਼ਰੂਰ ਲੱਗੇ ਹੋਏ ਨੇ। ਉਸ ਦੀ ਜੋ DVR ਆ ਉਹ ਵੀ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ ਤੇ ਉਸ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਕਿ ਸ਼ਾਇਦ ਕਿਸੇ ਐਂਗਲ ਤੋਂ ਗੱਡੀ ਜਾਂ ਗੱਡੀ ਦੇ ਵਿੱਚ ਬੈਠੇ ਬੰਦੇ ਕਿਤੇ ਨਜ਼ਰ ਆਣ ਤਾਂ ਕੋਈ ਕਲੂ ਮਿਲ ਸਕੇ। ਜੀ ਸ਼ੁਕਰੀਆ ਅਮਰੀਕ, ਫਿਲਹਾਲ ਪੂਰੀ ਜਾਣਕਾਰੀ ਦੇ ਲਈ। ਜਿਵੇਂ ਕੋਈ ਅਪਡੇਟ ਹੋਏਗੀ ਫਿਰ ਤੋਂ ਤੁਹਾਡਾ ਰੁਖ ਕਰਾਂਗੇ। ਤਾਂ ਮੇਰੇ ਸਹਿਯੋਗੀ ਅਮਰੀਕ ਜਾਣਕਾਰੀ ਦੇ ਰਹੇ ਨੇ ਗਰਾਊਂਡ ਜ਼ੀਰੋ ਤੋਂ, ਜਿੱਥੇ ਅਜੇ ਵੀ ਪੈਰਾਮਿਲਟਰੀ ਫੋਰਸ ਮੌਜੂਦ ਹੈ, ਪੁਲਿਸ ਫੋਰਸ ਮੌਜੂਦ ਹੈ, ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਪੁਲਿਸ ਮੌਜੂਦ ਹੈ। ਲੇਕਿਨ ਆਸ-ਪਾਸ ਦੇ ਪਿੰਡਾਂ 'ਚ ਫਿਲਹਾਲ ਅਜੇ ਕੋਈ ਤਲਾਸ਼ੀ ਅਭਿਆਨ ਨਹੀਂ ਚਲਾਇਆ ਗਿਆ। ਲੇਕਿਨ ਇਸ ਪਿੰਡ ਦੇ ਵਿੱਚ, ਮਰਨਾਈਆਂ ਪਿੰਡ ਦੇ ਵਿੱਚ ਥੋੜੀ ਹੀ ਦੇਰ ਦੇ ਵਿੱਚ ਮੁੜ ਤੋਂ ਤਲਾਸ਼ੀ ਅਭਿਆਨ ਚਲਾਇਆ ਜਾਏਗਾ। ਜੋ ਕਈ ਚੀਜ਼ਾਂ ਸਾਫ਼ ਹੋ ਰਹੀਆਂ ਨੇ। ਅਮਰੀਕ ਜਿਸ ਤਰੀਕੇ ਨਾਲ ਜਾਣਕਾਰੀ ਦੇ ਰਹੇ ਨੇ ਕਿ ਜਿਸ ਵੇਲੇ ਇਨੋਵਾ ਕਾਰ ਗੁਰੂ ਘਰ ਦੇ ਵਿੱਚ ਪਹੁੰਚੀ ਹੈ, ਕੁਝ ਬੱਚੇ ਉੱਥੇ ਨੇੜੇ ਖੇਡ ਰਹੇ ਸੀ। ਉਹਨਾਂ ਨੇ ਦੱਸਿਆ ਕਿ 2 ਲੋਕ ਇਨੋਵਾ 'ਚੋਂ ਉਤਰੇ ਸੀ, ਇਨੋਵਾ 'ਚੋਂ ਉਤਰ ਕੇ ਭੱਜੇ ਨੇ। ਉਹਨਾਂ ਨੇ ਚੋਲੇ ਪਾਏ ਹੋਏ ਸੀ, ਸਿੱਖੀ ਸਰੂਪ ਦੇ ਵਿੱਚ ਸੀ। ਹਾਲਾਂਕਿ ਉਹ ਕਿੱਥੇ ਗਏ ਇਹ ਅਜੇ ਵੀ ਸਵਾਲ ਹੈ। ਉਹ ਕੌਣ ਲੋਕ ਸੀ ਇਹ ਵੀ ਅਜੇ ਸਵਾਲ ਬਣਿਆ ਹੋਇਆ ਹੈ। ਤਲਾਸ਼ੀ ਜਾਰੀ ਹੈ। ਕੱਲ ਦੇਰ ਰਾਤ ਤੱਕ ਪੂਰਾ ਪਿੰਡ ਦੇ ਵਿੱਚ, ਘਰ-ਘਰ ਦੇ ਵਿੱਚ ਪੁਲਿਸ ਨੇ ਤਲਾਸ਼ੀ ਲਈ ਹੈ। ਅੱਜ ਵੀ ਪੂਰੇ ਪਿੰਡ ਨੂੰ ਸੀਲ ਕੀਤਾ ਹੋਇਆ ਹੈ। ਪੈਰਾਮਿਲਟਰੀ ਫੋਰਸ ਤੈਨਾਤ ਹੈ, ਪੁਲਿਸ ਫੋਰਸ ਤੈਨਾਤ ਹੈ ਤੇ ਥੋੜੀ ਹੀ ਦੇਰ ਦੇ ਵਿੱਚ ਮੁੜ ਤੋਂ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਜਾਏਗਾ। ਉਧਰ ਭਗੌੜੇ ਅੰਮ੍ਰਿਤਪਾਲ ਨੂੰ ਲੈ ਕੇ ਅੱਜ ਫਿਰ ਤੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਏਗੀ। ਅੱਜ ਹਾਈ ਕੋਰਟ ਦੇ ਵਿੱਚ ਪੁਲਿਸ ਦੇ ਵੱਲੋਂ ਹਲਫਨਾਮਾ ਦਾਖਲ ਕੀਤਾ ਜਾਏਗਾ। ਅੰਮ੍ਰਿਤਪਾਲ ਦੇ ਵਕੀਲ ਵੀ ਐਫੀਡੇਵਿਟ ਦਾਖਲ ਕਰਨਗੇ। ਕੱਲ ਹਾਈ ਕੋਰਟ ਦੇ ਵਿੱਚ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਅੰਮ੍ਰਿਤਪਾਲ ਨੂੰ ਫੜਨ ਦੇ ਕਰੀਬ ਪਹੁੰਚ ਚੁੱਕੀ ਹੈ। ਕਿਹਾ ਸੀ ਏਜੀ ਨੇ ਕਿ ਅਸੀਂ ਅੰਮ੍ਰਿਤਪਾਲ ਨੂੰ ਫੜਨ ਦੇ ਨਜ਼ਦੀਕ ਹਾਂ। ਹਾਲਾਂਕਿ ਕਿਹਾ ਗਿਆ ਸੀ ਕਿ ਨਾ ਹੀ ਉਸ ਨੂੰ ਅਜੇ ਤੱਕ ਡਿਟੇਨ ਕੀਤਾ ਗਿਆ ਹੈ, ਨਾ ਹੀ ਗ੍ਰਿਫਤਾਰੀ ਹੋਈ ਹੈ। ਜਦਕਿ ਜੋ ਪਟੀਸ਼ਨ ਪਾਈ ਗਈ ਹੈ ਉਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਨੂੰ ਪੁਲਿਸ ਨੇ ਫੜ ਲਿਆ ਹੈ, ਡਿਟੇਨ ਕਰ ਲਿਆ ਹੈ ਜਾਂ ਗ੍ਰਿਫਤਾਰ ਕਰ ਲਿਆ ਹੈ, ਲੇਕਿਨ ਉਸ ਨੂੰ ਪੇਸ਼ ਨਹੀਂ ਕੀਤਾ ਜਾ ਰਿਹਾ। ਉਸ ਨੂੰ ਪੇਸ਼ ਕਰਨ ਦੀ ਮੰਗ ਕਰਦੇ ਹੋਏ ਹੈਬੀਅਸ ਕਾਰਪਸ ਦੀ ਪਟੀਸ਼ਨ ਪਾਈ ਹੋਈ ਸੀ, ਜਿਸ ਤੇ ਕੱਲ ਸੁਣਵਾਈ ਹੋਈ। ਹਾਈ ਕੋਰਟ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਵੀ ਕਿਹਾ ਕਿ ਤੁਸੀਂ ਕੋਈ ਸਬੂਤ ਦਿਓ ਕਿ ਕਿਸ ਥਾਣੇ ਦੇ ਵਿੱਚ ਹੈ, ਫਿਰ ਅਸੀਂ ਵਾਰੰਟ ਅਫਸਰ ਲਗਾ ਦੇਵਾਂਗੇ। ਇਸ ਤਰੀਕੇ ਦੇ ਨਾਲ ਗੱਲਾਂ ਕਰਨ ਦੇ ਨਾਲ ਇਹ ਨਹੀਂ ਹੋਏਗਾ। ਦੂਸਰੇ ਪਾਸੇ ਪੁਲਿਸ ਨੂੰ ਵੀ ਐਫੀਡੇਵਿਟ ਦਾਖਲ ਕਰਨ ਦੇ ਲਈ ਕਿਹਾ ਸੀ। ਏਜੀ ਨੇ ਦਾਅਵਾ ਕੀਤਾ ਕਿ ਅਜੇ ਤੱਕ ਨਾ ਉਸ ਨੂੰ ਡਿਟੇਨ ਕੀਤਾ ਗਿਆ ਹੈ, ਨਾ ਉਸ ਦੀ ਗ੍ਰਿਫਤਾਰੀ ਹੋਈ ਹੈ, ਲੇਕਿਨ ਅਸੀਂ ਉਸ ਨੂੰ ਫੜਨ ਦੇ ਬੇਹੱਦ ਨਜ਼ਦੀਕ ਹਾਂ। ਅਮਰਪਾਲ ਦੇ ਸਮਰਥਕਾਂ ਦੇ ਵੱਲੋਂ ਪਾਈ ਪਟੀਸ਼ਨ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਇਸ ਦੌਰਾਨ ਦੋਵਾਂ ਧਿਰਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਤੇ ਸੁਣਵਾਈ ਮੌਕੇ ਪੰਜਾਬ ਸਰਕਾਰ ਨੇ ਵੱਡਾ ਦਾਅਵਾ ਕੀਤਾ ਹੈ। ਐਡਵੋਕੇਟ ਜਨਰਲ ਨੇ ਹਾਈ ਕੋਰਟ ਦੇ ਵਿੱਚ ਕਿਹਾ ਕਿ ਪੁਲਿਸ ਅਮਰਪਾਲ ਨੂੰ ਫੜਨ ਦੇ ਬਿਲਕੁਲ ਨਜ਼ਦੀਕ ਹੈ। ਉੱਥੇ ਜਦੋਂ ਅਮਰਪਾਲ ਦੇ ਵਕੀਲ ਨੇ ਕੋਰਟ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਕਿ ਅਮਰਪਾਲ ਪੁਲਿਸ ਹਿਰਾਸਤ ਵਿੱਚ ਹੈ ਤਾਂ ਕੋਰਟ ਨੇ ਅਮਰਪਾਲ ਦੇ ਵਕੀਲ ਤੋਂ ਸਬੂਤ ਮੰਗੇ। ਕੋਰਟ ਨੇ ਕਿਹਾ ਕਿ ਕੋਈ ਵੀ ਇੱਕ ਸਬੂਤ ਲਿਆਓ ਕਿ ਅਮਰਪਾਲ ਥਾਣੇ ਵਿੱਚ ਹੈ, ਅਸੀਂ ਵਾਰੰਟ ਅਫਸਰ ਲਗਾ ਦੇਵਾਂਗੇ, ਪਰ ਸਿਰਫ ਗੱਲਾਂ ਦੇ ਨਾਲ ਕੁਝ ਨਹੀਂ ਹੋਵੇਗਾ। ਕੋਰਟ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਵੀ ਇਹੀ ਗੱਲ ਕਹੀ ਹੈ ਕਿ ਉਹ ਕੋਈ ਸੋਲਿਡ ਪ੍ਰੂਫ ਦੇਣ, ਕਿਉਂਕਿ ਬਿਨਾਂ ਪ੍ਰੂਫ ਦੇ ਆਧਾਰ ਤੇ ਗੱਲ ਕਰਨੀ ਬੇਤੁਕੀ ਗੱਲ ਹੈ। ਇਸ ਕਰਕੇ ਇਸ ਮੈਟਰ ਨੂੰ ਕੱਲ ਵਾਸਤੇ ਰੱਖਿਆ ਗਿਆ, ਜਿੱਥੇ ਅੰਮ੍ਰਿਤਪਾਲ ਸਾਈਡ ਦਾ ਵਕੀਲ ਆਪਣਾ ਕੋਈ ਨਾ ਕੋਈ ਪ੍ਰੂਫ ਐਫੀਡੇਵਿਟ ਫਾਈਲ ਕਰੇਗਾ ਤੇ ਉੱਥੇ ਪੰਜਾਬ ਸਰਕਾਰ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਈਜੀ ਦਾ ਐਫੀਡੇਵਿਟ ਫਾਈਲ ਕਰਨ। ਤਾਂ ਅਸੀਂ ਆਪਣਾ ਜਿਹੜੀ ਵੀ ਬਣਦੀ ਕਾਰਵਾਈ ਅਸੀਂ ਜੋ ਵੀ ਕਰ ਰਹੇ ਹਾਂ ਵਿਦਿਨ ਦੀ ਡੋਮੇਨਸ ਆਫ ਲਾਅ ਅਸੀਂ ਆਪਣੀ ਉਹ ਕਰਾਂਗੇ। ਉੱਥੇ ਹਾਈ ਕੋਰਟ ਨੇ ਅਮਰਪਾਲ ਦੇ ਵਕੀਲ ਤੇ ਪੰਜਾਬ ਪੁਲਿਸ ਦੇ ਆਈਜੀ ਨੂੰ ਹੁਕਮ ਦਿੱਤੇ ਨੇ ਕਿ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਜਾਵੇ ਤੇ ਹੁਣ ਬੁੱਧਵਾਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਜੱਜ ਸਾਹਿਬ ਨੇ ਕਿਹਾ ਵੀ ਤੁਸੀਂ ਐਫੀਡੇਵਿਟ ਦੇ ਉੱਪਰ ਇਹ ਗੱਲ ਰੱਖੋ ਤੇ ਸਾਨੂੰ ਵੀ ਕਿਹਾ ਵੀ ਅਸੀਂ ਜਿਵੇਂ ਜੋ ਸਾਡੀ ਪਟੀਸ਼ਨ ਵਿੱਚ ਗਰਾਊਂਡ ਹੈ ਵੀ ਭਾਈ ਅਮਰਤਪਾਲ ਸਿੰਘ ਪੁਲਿਸ ਦੀ ਗਿਰਫਤ ਵਿੱਚ ਨੇ ਤੇ ਅਸੀਂ ਵੀ ਆਪਦਾ ਐਫੀਡੇਵਿਟ ਦਈਏ ਤੇ ਉਸ ਨਾਲ ਜਿੰਨਾ ਵੀ ਸਾਡਾ ਜੋ ਸਪੋਰਟਿੰਗ ਐਵੀਡੈਂਸ ਹੈ ਉਹ ਸਪੋਰਟਿੰਗ ਐਵੀਡੈਂਸ ਵੀ ਅਸੀਂ ਇੱਕ ਐਪਲੀਕੇਸ਼ਨ ਲਾ ਕੇ ਜੋ ਮਾਨਯੋਗ ਅਦਾਲਤ ਅੱਗੇ ਰੱਖਾਂਗੇ ਤੇ ਜੋ ਕੱਲ ਨੂੰ ਇਸ ਕੇਸ ਦੀ ਜੋ ਅਗਲੀ ਸੁਣਵਾਈ ਰੱਖੀ ਹੈ ਜੀ 29 ਮਾਰਚ ਨੂੰ। ਇੱਕ ਪਾਸੇ ਅਮਰਪਾਲ ਦੀ ਧਿਰ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰਪਾਲ ਪੁਲਿਸ ਕਸਟਡੀ ਦੇ ਵਿੱਚ ਹੈ, ਜਦਕਿ ਸਰਕਾਰ ਨੇ ਕੋਰਟ ਦੇ ਵਿੱਚ ਇਸ ਦਾਅਵੇ ਨੂੰ ਰੱਦ ਕੀਤਾ ਹੈ ਤੇ ਜਲਦ ਗ੍ਰਿਫਤਾਰੀ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।
ਪਰ ਇਸ ਦੇ ਵਿਚਾਲੇ ਸਵਾਲ ਬਰਕਰਾਰ ਹੈ ਕਿ ਅੰਮ੍ਰਿਤਪਾਲ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਕਦੋਂ ਆਵੇਗਾ। ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ, ਨਿਊਜ਼ 18 ਪੰਜਾਬ। ਉਧਰ ਅਲਟੀਮੇਟਮ ਨੂੰ ਲੈ ਕੇ ਸੀਐਮ ਤੇ ਜਥੇਦਾਰ ਆਮੋ ਸਾਹਮਣੇ ਹੋ ਗਏ ਨੇ। ਮੁੱਖ ਮੰਤਰੀ ਨੇ ਜਥੇਦਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਜਥੇਦਾਰ ਤੇ ਬਾਦਲਾਂ ਦਾ ਪੱਖ ਪੂਰਨ ਦੇ ਇਲਜ਼ਾਮ ਲਗਾ ਦਿੱਤੇ। ਤਾਂ ਅੱਗੋਂ ਜਥੇਦਾਰ ਨੇ ਵੀ ਸੀਐਮ ਤੇ ਪਲਟਵਾਰ ਕੀਤਾ ਤੇ ਰਾਜਨੀਤਿਕ ਲੋਕਾਂ ਤੋਂ ਸੁਚੇਤ ਰਹਿਣ ਦੀ ਨਸੀਹਤ ਦੇ ਦਿੱਤੀ। ਔਰ ਸਰਕਾਰ ਨੂੰ ਅਸੀਂ ਇਹ ਤਾੜਨਾ ਕਰਦੇ ਹਾਂ ਕਿ 24 ਘੰਟਿਆਂ ਦੇ ਅੰਦਰ ਅੰਦਰ ਸਾਡੇ ਮੁੰਡੇ ਛੱਡੇ। ਸੋਮਵਾਰ ਨੂੰ ਜਥੇਦਾਰ ਨੇ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ। ਆਪਰੇਸ਼ਨ ਅੰਮ੍ਰਿਤਪਾਲ ਦੇ ਤਹਿਤ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ ਤਾਂ ਮੰਗਲਵਾਰ ਨੂੰ ਮੁੱਖ ਮੰਤਰੀ ਦਾ ਬਿਆਨ ਵੀ ਸਾਹਮਣੇ ਆ ਗਿਆ। ਸੀਐਮ ਮਾਨ ਨੇ ਜਥੇਦਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਸਿੱਧਾ ਬਾਦਲਾਂ ਦਾ ਪੱਖ ਪੂਰਨ ਦੇ ਇਲਜ਼ਾਮ ਲਗਾ ਦਿੱਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਲਿਖਿਆ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਸਭ ਨੂੰ ਪਤਾ ਹੈ ਕਿ ਤੁਸੀਂ ਤੇ ਐਜੀਪੀਸੀ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ, ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸਵਾਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਲਈ ਜਾਰੀ ਕਰਦੇ, ਨਾ ਕਿ ਹੱਸਦੇ ਵਸਦੇ ਲੋਕਾਂ ਨੂੰ ਭੜਕਾਉਣ ਦੇ ਲਈ। ਜਦੋਂ ਮੁੱਖ ਮੰਤਰੀ ਨੇ ਜਥੇਦਾਰ ਸਾਹਿਬ ਲਈ ਤਿੱਖੀ ਸ਼ਬਦਾਵਲੀ ਵਰਤੀ ਤਾਂ ਅੱਗੋਂ ਜਥੇਦਾਰ ਨੇ ਵੀ ਸੀਐਮ ਨੂੰ ਮੋੜਵਾਂ ਜਵਾਬ ਦਿੱਤਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫੇਸਬੁੱਕ ਤੇ ਪਾਈ ਪੋਸਟ ਦੇ ਵਿੱਚ ਲਿਖਿਆ ਕਿ ਭਗਵੰਤ ਮਾਨ ਜੀ, ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ, ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿੱਕਾ ਜਿਹਾ ਨੁਮਾਇੰਦਾ ਹਾਂ। ਮੈਨੂੰ ਵੀ ਆਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਮੇਰਾ ਫਰਜ਼ ਵੀ। ਤੁਸੀਂ ਠੀਕ ਕਿਹਾ, ਅਕਸਰ ਹੀ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਰਾਜਨੀਤਿਕ ਲੋਕ ਵਰਤ ਜਾਂਦੇ ਆ, ਪਰ ਮੈਂ ਇਸ ਪੱਖੋਂ ਪੂਰਾ ਸੁਚੇਤ ਹਾਂ। ਪਰ ਤੁਸੀਂ ਧਿਆਨ ਰੱਖੋ, ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ, ਪੰਜਾਬ ਨੂੰ ਤੰਦੂਰ ਵਾਂਗ ਮਗਦਾ ਰੱਖਣ ਦੇ ਲਈ ਆਪ ਜੀ ਵਰਗੇ ਰਾਜਨੀਤਿਕ ਲੋਕਾਂ ਨੂੰ ਰਾਜਨੀਤਿਕ ਲੋਕ ਨਾ ਵਰਤੇ ਜਾਣ। ਰਾਜਨੀਤੀ ਦੇ ਲਈ ਸੰਵਾਦ ਬਾਅਦ ਦੇ ਵਿੱਚ ਕਰਾਂਗੇ। ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਤੇ ਘਰ ਉਡੀਕ ਰਹੀਆਂ ਮਾਵਾਂ ਨੂੰ ਉਹਨਾਂ ਦੇ ਜੇਲ੍ਹੀ ਡੱਕੇ ਨਿਰਦੋਸ਼ ਪੁੱਤਰਾਂ ਦੇ ਨਾਲ ਮਿਲਾਈਏ ਤੇ ਅਸੀਸ ਲਈਏ। ਵਾਹਿਗੁਰੂ ਭਲੀ ਕਰੇ। ਆਪਰੇਸ਼ਨ ਅੰਮ੍ਰਿਤਪਾਲ ਦੇ ਵਿਚਾਲੇ ਸਰਕਾਰ ਵਰਸਸ ਜਥੇਦਾਰ ਵਾਲੀ ਤਸਵੀਰ ਸਾਫ਼ ਨਜ਼ਰ ਆ ਰਹੀ ਹੈ। ਇੱਕ ਪਾਸੇ ਜਥੇਦਾਰ ਦੇ ਵੱਲੋਂ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਦਾ ਤਰਕ ਹੈ ਕਿ ਬੇਕਸੂਰ ਨੌਜਵਾਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੁਝ ਸਵਾਲ ਕੀਤੇ ਨੇ। ਕਰ ਰਹੇ ਹੋ ਜਦੋਂ ਆਪਣੀ ਨਿੱਜੀ ਲੜਾਈ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਥਾਣੇ ਤੇ ਗਏ ਸੀ, ਉੱਥੇ ਪੁਲਿਸ ਵਾਲਿਆਂ ਦੇ ਸੱਟਾਂ ਵੀ ਲੱਗੀਆਂ ਸੀ ਜਿਹੜੇ ਸਿੱਖ ਸੀ, ਤੇ ਉਦੋਂ ਤੁਸੀਂ ਚੁੱਪ ਕਿਉਂ ਰਹੇ? ਜਥੇਦਾਰ ਜੀ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ, ਬਰਗਾੜੀ ਕਾਂਡ ਹੁੰਦਾ ਹੈ, ਨੌਜਵਾਨਾਂ ਨੂੰ ਚੁੱਕਿਆ ਜਾਂਦਾ, ਜੇਲ੍ਹਾਂ 'ਚ ਸੁੱਟਿਆ ਜਾਂਦਾ ਹੈ, ਮੈਨੂੰ ਵੀ 12 ਵਾਰ ਜੇਲ੍ਹ 'ਚ ਸੁੱਟਿਆ ਗਿਆ, ਉਦੋਂ ਤੁਹਾਡੀ ਜ਼ਬਾਨ ਬੰਦ ਰਹੀ ਕਿਉਂਕਿ ਬਾਦਲਾਂ ਦੀ ਸਰਕਾਰ ਸੀ। 328 ਸਰੂਪ ਗੁੰਮ ਹੋਏ, ਬਾਦਲਾਂ ਦੀ ਸਰਕਾਰ ਸੀ, ਤੁਸੀਂ ਚੁੱਪ ਰਹੇ। ਜਥੇਦਾਰ ਜੀ, ਕੌਮੀ ਮਸਲਿਆਂ ਤੇ ਤੁਸੀਂ ਉਦੋਂ ਚੁੱਪ ਕਰ ਜਾਂਦੇ ਹੋ ਜਦੋਂ ਬਾਦਲਾਂ ਦੀ ਸਰਕਾਰ ਹੁੰਦੀ ਹੈ, ਤੇ ਉਦੋਂ ਪੰਥ ਨੂੰ ਕੋਈ ਖਤਰਾ ਨਹੀਂ ਹੁੰਦਾ। ਭਾਵੇਂ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ 'ਚ, ਬੇਦੋਸ਼ੇ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟੀਏ, ਤੇ ਜਦੋਂ ਸਰਕਾਰ ਚਲੇ ਜਾਂਦੀ ਹੈ ਤੇ ਝੱਟ ਜਿਹੜੀ ਆ ਪੰਥ ਤੇ ਭੀੜ ਪੈ ਜਾਂਦੀ ਹੈ। ਤੇ ਅੱਜ ਜਥੇਦਾਰ ਜੀ, ਤੁਸੀਂ ਰਾਜਨੀਤੀ ਨਾ ਕਰੋ, ਤੁਸੀਂ ਕੌਮ ਦੇ ਜਥੇਦਾਰ ਹੋ, ਤੁਸੀਂ ਕਿਸੇ ਧਿਰ ਦੇ ਜਥੇਦਾਰ ਨਹੀਂ। ਆਪਾਂ ਆਪਣੇ ਨੌਜਵਾਨਾਂ ਨੂੰ ਚੰਗੀ ਸੇਧ ਦਈਏ, ਇਹੀ ਅੱਜ ਤੁਹਾਡੀ ਲੋੜ ਹੈ।